ਵਾਹਿਗੁਰੂ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਿਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ ਗੁਰ ਨਾਨਕ ਪਦ ਪੰਕਜ ਬੰਧਨ ਪਦ ਪੰਕਜ ਬੰਧਨ ਸਿਮਰੋ ਅੰਗਦ ਦੁਖ ਨਿਕੰਦਨ ਗੁਰ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਗੁਰ ਰਾਮਦਾਸ ਗੁਣ ਗਾਉ ਗੁਰ ਅਰਜਨ ਬਿਘਨ ਨ ਕੇ ਨਾਸਕ ਬਿਘਨ ਨ ਕੇ ਨਾਸਕ ਗੁਰ ਹਰਿਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਗੁਰ ਗੋਬਿੰਦ ਸਿੰਘ ਬਿਸਾਲਾ ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਏਕ ਓੰਕਾਰਾ ਸਤਿਗੁਰੂ ਜੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਬਿਨਾਸਨ ਸੋਏ
ਏਕ ਓੰਕਾਰਾ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਅਜ਼ਮਤ ਜਰਿਓ ਪ੍ਰਣ ਤਨ ਛੋਰੇ। ਪ੍ਰਭ ਆਏ ਸਮਹਿ ਰਹਿ ਸੁਖ ਮਾਨ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ, ਹਾਜ਼ਰਾ ਹਜੂਰ ਜਹਰਾ ਜਹੂਰ ਸ਼ਬਦ ਗੁਰੂ, ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਛੇਵੇਂ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ। ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਚਰਤ ਇਤੁਤ ਥਕਤ ਪ੍ਰਾਣ ਹੋਏ। ਆਣ ਪਰੇ ਸਗਰੇ ਇਸ ਥਾਏ। ਕਵੀ ਰਾਜ ਕਵੀ ਸੰਤੋਖ ਸਿੰਘ ਜੀ ਅੱਗੇ ਲਿਖ ਰਹੇ ਨੇ ਕਿ ਜਿਵੇਂ ਕੱਲ ਪਿਛਲੇ ਪ੍ਰਕਰਨਾਂ ਦੇ ਅੰਦਰ ਆਪ ਜੀ ਨੇ ਸਰਵਣ ਕੀਤਾ, ਗੁਰੂ ਸਾਹਿਬ ਜੀ ਨੇ ਇੱਕ ਅਜਗਰ ਸੱਪ ਜਿਹਦੇ ਅੰਦਰ ਜ਼ਖਮ ਹੈ, ਬਹੁਤ ਸਾਰੇ ਕੀੜੇ ਨੇ, ਜਿੱਥੇ ਉਸ ਸੱਪ ਦਾ ਉਧਾਰ ਕੀਤਾ, ਕੀੜਿਆਂ ਦਾ ਉਧਾਰ ਕੀਤਾ ਔਰ ਸੱਪ ਦੇ ਕੀੜਿਆਂ ਦੇ ਬਾਰੇ ਦੱਸਿਆ ਕਿ ਅਸਲ ਵਿੱਚ ਇਹ ਇੱਕ ਮਹੰਤ ਸੀ ਅਤੇ ਜਿਹੜੇ ਵਿੱਚ ਪਏ ਹੋਏ ਕੀੜੇ ਨੇ ਇਹਦੇ ਚੇਲੇ ਸਨ। ਉਸ ਤੋਂ ਬਾਅਦ ਜਦੋਂ ਗੁਰੂ ਕੇ ਸਿੱਖਾਂ ਨੇ ਲੰਗਰ ਤਿਆਰ ਕਰਨਾ ਅਤੇ ਰਸੋਈਏ ਲੰਗਰ ਤਿਆਰ ਕਰਦੇ ਨੇ, ਜਿੱਥੇ ਵੀ ਚੁੱਲ੍ਹੇ ਲਈ ਥਾਂ ਪੱਟਦੇ ਨੇ, ਥੱਲਿਓਂ ਹੱਡੀਆਂ ਨਿਕਲਦੀਆਂ ਨੇ। ਉਹ ਹੱਡੀਆਂ ਤੋਂ ਪਤਾ ਲੱਗਦਾ ਕਿ ਇਨਸਾਨੀ ਹੱਡੀਆਂ ਨੇ। ਜਦੋਂ ਹੋਰ ਪੁੱਟਿਆ ਕਿ ਪੂਰਾ ਪਿੰਜਰ ਨਿਕਲਿਆ ਜਿਹਦੀਆਂ ਹੱਡੀਆਂ ਨਹੀਂ, ਹੱਡੀਆਂ ਸਵਾਹ ਬਣ ਗਈਆਂ ਨੇ, ਪਰ ਪੂਰਾ ਛਪਿਆ ਹੋਇਆ ਲੱਗਦਾ ਕਿ ਪਿੰਜਰ ਪੂਰੇ ਦਾ ਪੂਰਾ ਬੰਦੇ ਦਾ ਹੈ। ਔਰ ਜਦੋਂ ਭਾਈ ਬਿਧੀ ਚੰਦ ਨੇ ਪੁੱਛਿਆ ਕਿ ਸਤਿਗੁਰੂ ਜੀ ਆਪ ਜੀ ਸਭ ਕੁਝ ਜਾਣਦੇ ਹੋ ਕਿ ਭਾਣਾ ਕੀ ਹੈ, ਔਰ ਗੁਰੂ ਸਾਹਿਬ ਜੀ ਨੇ ਦੱਸਿਆ ਕਿ ਕਿਸੇ ਸਮੇਂ ਇੰਨਾ ਜ਼ਿਆਦਾ ਕਾਲ ਪਿਆ ਸੀ ਕਿ ਪਸ਼ੂ ਵੀ ਮਰ ਗਏ, ਦਰਖਤ ਵੀ ਸੁੱਕ ਗਏ, ਘਾਹ ਵੀ ਸੁੱਕ ਗਿਆ, ਪਾਣੀ ਵੀ ਕਿਤੋਂ ਨਹੀਂ ਮਿਲਿਆ, ਘਰਾਂ ਦੇ ਵਿੱਚੋਂ ਅਨਾਜ ਮੁੱਕ ਗਿਆ। ਲੋਕ ਜਿਹੜੇ ਨੇ ਅਨਾਜ ਦੀ ਭਾਲ ਵਾਸਤੇ ਘਰ ਛੱਡ ਕੇ ਇੱਧਰ ਨੂੰ ਆਏ ਔਰ ਬਹੁਤ ਸਾਰੇ ਲੋਕ ਇੱਥੇ ਇਕੱਠੇ ਹੋ ਕੇ ਆਏ। ਉਹਨਾਂ ਦੇ ਵਿੱਚ ਜਿਹੜਾ ਪਿੰਜਰ ਪੂਰਾ ਨਜ਼ਰ ਆ ਰਿਹਾ ਨਾ, ਇਹ ਇੱਕ ਬੜਾ ਬਾਹਾਂ ਪੁਰਸ਼ ਸੀ ਜਿਹੜਾ ਕਰਾਮਾਤੀ ਸੀ, ਅਜ਼ਮਤ ਜਾਣਦਾ ਸੀ। ਔਰ ਜੇ ਕਰਾਮਾਤ ਨਾਲ ਚਾਹੁੰਦਾ ਇਕੱਲਾ ਆਪ ਨਹੀਂ, ਜਿੱਥੇ ਜਿੱਥੇ ਵੀ ਕਾਲ ਪਿਆ ਸੀ ਸਭ ਤੱਕ ਅਨਾਜ ਪਹੁੰਚਾ ਸਕਦਾ ਸੀ। ਪਰ ਇਹਨੇ ਐਸਾ ਕੀਤਾ ਨਹੀਂ, ਕਿਉਂਕਿ ਇਹਨੇ ਰੱਬ ਦੇ ਪਰਮੇਸ਼ਰ ਦੇ ਭਾਣੇ ਵਿੱਚ ਦਖਲ ਨਹੀਂ ਦਿੱਤਾ। ਔਰ ਬਾਬਾ ਫਰੀਦ ਜੀ ਪਾਵਨ ਬਚਨ ਕਹਿੰਦੇ ਨੇ, ਅਸਲ ਵਿੱਚ ਭਗਤ ਕਹਿੰਦੇ ਵੀ ਉਹਨੂੰ ਨੇ ਕਿ ਜਿਹਦੇ ਕੋਲ ਤਾਕਤਾਂ ਸਾਰੀਆਂ ਹੋਣ ਪਰ ਉਹਨਾਂ ਤਾਕਤਾਂ ਨੂੰ ਉਹ ਬਰਦਾਸ਼ਤ ਕਰਕੇ ਰੱਖੇ। ਤਾਣ ਹੁੰਦੇ ਹੋਏ ਨੇ ਤਾਣਾ, ਮਾਣ ਹੁੰਦੇ ਹੋਏ ਨੇ ਮਾਣਾ, ਅਣਹੁੰਦਾ ਆਪ ਵੰਡਾਏ, ਕੋ ਐਸਾ ਭਗਤ ਸਦਾਏ। ਸਤਿਗੁਰੂ ਜੀ ਕਹਿੰਦੇ ਭਾਈ ਕਿਸੇ ਸਮੇਂ ਕਰਾਮਾਤੀ ਸੀ, ਚਾਹੁੰਦਾ ਤੇ ਸਭ ਨੂੰ ਰਿਜ਼ਕ ਦੇ ਸਕਦਾ ਸੀ, ਰੋਟੀ ਅੰਨ ਪੈਦਾ ਕਰ ਸਕਦਾ ਸੀ। ਔਰ ਇੱਥੋਂ ਤੱਕ ਕਿ ਪੱਕਿਆ ਪਕਾਇਆ
ਜਿਵੇਂ ਦਾ ਚਾਹੁੰਦਾ ਸਭ ਨੂੰ ਦੇ ਸਕਦਾ ਸੀ, ਪਰ ਇਹਨੇ ਕਰਾਮਾਤ ਨਹੀਂ ਵਿਖਾਈ। ਅੱਗੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇੱਧਰ ਉੱਧਰ ਲੋਕੀ ਫਿਰਦੇ ਹੋਏ ਇੱਥੇ ਬਹੁਤ ਸਾਰੇ ਆਏ, ਔਰ ਇਸ ਅਜ਼ਮਤ ਵਾਲੇ ਕਰਾਮਾਤੀ ਬਾਬੇ ਨੂੰ ਲੋਕ ਜਾਣਦੇ ਸਨ ਕਿ ਸ਼ਾਇਦ ਕੋਈ ਮਦਦ ਕਰੇਗਾ। ਇੱਕ ਨਿਸ ਦਿਨ ਮਹਿ ਮ੍ਰਿਤਕ ਭਏ ਗਨ, ਜੀਅਤ ਰਹੇ ਜੇ ਤਿਨਹੂ ਉਠਾਏ। ਕਹਿੰਦੇ ਇੱਥੇ ਆ ਕੇ ਲੋਕ ਇਕੱਠੇ ਹੋਏ, ਇੱਕ ਦਿਨ ਤੇ ਇੱਕ ਰਾਤ ਤੱਕ ਜਿਉਂਦੇ ਰਹੇ। ਬਹੁਤ ਸਾਰੇ ਮਰ ਗਏ, ਤੇ ਜਿਹੜੇ ਕੋਈ ਜਿਉਂਦੇ ਰਹੇ ਉਹਨਾਂ ਨੇ ਮਰਿਆ ਹੋਇਆਂ ਨੂੰ ਚੁੱਕਿਆ। ਚਿਹਰੇ ਵਿਖੇ ਪਾਏ ਕਰ ਦਫਨੇ, ਤਬ ਕੇ ਅਸਥ ਅਹ ਸਬਦਾਏ। ਇਹ ਤੇ ਇੱਕ ਖੱਡਾ ਸੀ, ਉਹਨਾਂ ਨੇ ਉਹਨਾਂ ਨੂੰ ਚੱਕਿਆ, ਜਿਹੜੇ ਜਿਉਂਦੇ ਰਹਿ ਗਏ ਖੱਡੇ ਵਿੱਚ ਸੁੱਟ ਕੇ ਦਫਨਾ ਦਿੱਤੇ। ਔਰ ਸਤਿਗੁਰੂ ਜੀ ਕਹਿੰਦੇ ਨੇ ਇਹ ਉਦੋਂ ਦੀ ਅਸਥ ਨੇ, ਹੱਡੀਆਂ ਉਦੋਂ ਦੀ ਨੇ। ਕਰੰਗ ਸਕਲ ਜਿਸ ਧਨ ਪੁਰਖੇ, ਅਜਰ ਜਰਨ ਭਾਖੈ ਇਸ ਭਾਏ। ਸਤਿਗੁਰੂ ਫਿਰ ਕਹਿੰਦੇ ਨੇ ਭਾਈ ਜਿਹੜਾ ਪੂਰਾ ਪਿੰਜਰ ਤੁਹਾਨੂੰ ਨਜ਼ਰ ਆਉਂਦਾ ਹੈ ਨਾ, ਇਹ ਬੜਾ ਵੱਡਾ ਮਹਾਂਪੁਰਖ ਸੀ, ਧਨ ਸੀ। ਔਰ ਜਿਹੜਾ ਨਾ ਜਰੇ ਜਾਣ ਵਾਲੇ ਨੂੰ ਜਰ ਜੇ, ਅਕਾਲ ਪੁਰਖ ਵਾਹਿਗੁਰੂ ਨੂੰ, ਗੁਰੂ ਨੂੰ, ਉਹ ਬੜੇ ਹੀ ਪਾਉਂਦੇ ਨੇ, ਬੜੇ ਪਿਆਰੇ ਲੱਗਦੇ ਨੇ। ਅਜ਼ਮਤ ਜਰਿਓ ਪ੍ਰਾਣ ਤਨ ਸ਼ੋਰੇ, ਪ੍ਰਭ ਆਏ ਸਮਹਿ ਰਹਿ ਸੁਖਮਾਨ। ਹੁਣ ਇਹ ਕਥਾ ਕਹਾਣੀ ਅਸੀਂ ਸੁਣ ਤੇ ਲੈਂਦੇ, ਪਰ ਸਮਝਣੀ ਚਾਹੀਦੀਆਂ ਨੇ ਕਿ ਜੇ ਬਾਬੇ ਕੋਲੋਂ ਜਾ ਕੇ ਅਸੀਂ ਅਰਦਾਸ ਕਰਾਉਂਦੇ, ਬਾਬਾ ਗੁਰਦਾਸ ਕਰ ਵੀ ਦਿੰਦਾ ਹੈ। ਕਹਿੰਦੇ ਘਰ ਧੀ ਪੁੱਤਰ ਕੋਈ ਨਹੀਂ, ਧੀ ਪੁੱਤਰ ਦੇ ਦਿਓ। ਇਹ ਰੱਬ ਦੇ ਭਾਣੇ ਵਿੱਚ ਸਿੱਧਾ ਦਖਲ ਹੈ। ਪਰ ਸਤਿਗੁਰੂ ਜੀ ਸਮਝਾਉਂਦੇ ਨੇ ਭਾਈ ਉਹ ਇੰਨਾ ਅਜ਼ਮਤ ਵਾਲਾ ਸੀ, ਅਜ਼ਮਤ ਵਿਖਾਈ ਨਹੀਂ। ਇੱਥੋਂ ਤੱਕ ਕਿ ਆਪਣੇ ਪ੍ਰਾਣ ਤੇ ਛੱਡ ਦਿੱਤੇ, ਪਰ ਰੱਬ ਦੇ ਭਾਣੇ ਵਿੱਚ ਦਖਲ ਨਹੀਂ ਦਿੱਤਾ। ਰੱਬ ਦੇ ਭਾਣੇ ਨੂੰ ਮਿੱਠਾ ਕਰਕੇ ਸੁੱਖ ਕਰਕੇ ਮੰਨਿਆ। ਬੰਤਨੀਐ ਸਭ ਜਬ ਕੇ ਅਸ ਹੋਏ, ਧੀਰਜ ਬੇਰਜ ਵੰਦ ਮਹਾਨ। ਸਤਿਗੁਰੂ ਕਹਿੰਦੇ ਨੇ ਐਸੇ ਭਗਤ, ਐਸੇ ਮਹਾਂਪੁਰਸ਼ ਸਾਰੇ ਸੰਸਾਰ ਦੇ ਪੂਜਨਿਕ ਹੁੰਦੇ ਨੇ, ਜਿਨ੍ਹਾਂ ਵਿੱਚ ਇਹਨਾਂ ਧੀਰਜ ਹੋਵੇ। ਇਮ ਕਹਿ ਸਤਿਗੁਰੂ ਸਭਾ ਬਿਰਾਜੇ, ਬਿਸਮ ਭਏ ਸੁਣ ਗਾਥਾ ਪੁਰਾਣ। ਇਸ ਤਰ੍ਹਾਂ ਕਹਿ ਕੇ ਸਤਿਗੁਰੂ ਜੀ ਸਭਾ ਵਿੱਚ ਬਿਰਾਜਮਾਨ, ਸਭਾ ਲੱਗ ਗਈ। ਜਿਹੜੇ ਰਸੋਈਏ ਨੇ ਲੰਗਰ ਤਿਆਰ ਕਰਨ ਲੱਗ ਗਏ, ਉਧਰ ਸੋਦਰ ਦੀ ਚੌਂਕੀ ਲੱਗੀ ਹੈ। ਸੋਦਰ ਦੀ ਚੌਂਕੀ ਵਿੱਚ ਸ਼ਬਦਾਂ ਦਾ ਗਾਇਨ ਹੋਇਆ, ਸੋਦਰ ਸਾਹਿਬ ਰਹਿਰਾਸ ਸਾਹਿਬ ਦਾ ਪਾਠ ਹੋਇਆ। ਸੂਪਕਾਰ ਤਬ ਤਿਆਰ ਆਹਾਰ, ਸੋ ਕਰਿਓ ਜਾਏ ਕਰ ਆਨ ਸਥਾਨ। ਕਹਿੰਦੇ ਸੂਪਕਾਰਾਂ ਨੇ ਉਹਨੇ ਨੂੰ ਲੰਗਰ ਤਿਆਰ ਕੀਤਾ, ਆ ਕੇ ਬੇਨਤੀ ਕੀਤੀ ਸਤਿਗੁਰੂ ਜੀ ਲੰਗਰ ਤਿਆਰ ਹੈ। ਲਿਆਏ ਨਿਕਟ ਗੁਰ ਕੋ ਅਚਵਾਏ, ਸਗਰੇ ਤ੍ਰਿਪਤ ਭਏ ਭਟ ਬ੍ਰਿੰਦ। ਲੰਗਰ ਸਤਿਗੁਰੂ ਜੀ ਨੂੰ ਛਕਾਇਆ, ਸਾਰੇ ਸੂਰਬੀਰ ਯੋਧਿਆਂ ਨੇ ਛਕਿਆ, ਸਾਰੇ ਤ੍ਰਿਪਤ ਹੋਏ। ਏਕ ਜਾਮਨੀ ਤਹਾਂ ਬਿਤਾਏ, ਚੜੇ ਪ੍ਰਾਤ ਸ੍ਰੀ ਹਰਿ ਗੋਬਿੰਦ। ਇੱਕ ਰਾਤ ਸਤਿਗੁਰੂ ਜੀ ਨੇ ਉੱਥੇ ਜੰਗਲ ਦੇ ਵਿੱਚ ਹੀ, ਖੁੱਲ੍ਹੀ ਥਾਂ ਸੀ, ਡੇਰਾ ਲਾਇਆ ਸੀ, ਉੱਥੇ ਬਤੀਤ ਕੀਤੀ। ਅੰਮ੍ਰਿਤ ਵੇਲਾ ਹੋਇਆ, ਪਹਿਰ ਰਾਤ ਉੱਠ ਕੇ ਇਸ਼ਨਾਨ ਕੀਤਾ। ਦਿਨ ਦਾ ਚੜ੍ਹਾਅ ਚੜ੍ਹਿਆ, ਗੁਰੂ ਸਾਹਿਬ ਜੀ ਨੂੰ ਉੱਥੋਂ ਫਿਰ ਅੱਗੇ ਕੂਚ ਕੀਤਾ ਹੈ। ਉੱਤਰ ਪਰੇ ਪੁਰ ਕਾਂਗੜ ਕੇ ਢਿੱਗ, ਕਿਰਪਾ ਜੋਤ ਪਰ ਧਰਤ ਬਿਲੰਦ। ਵਾਪਸ ਕਾਂਗੜਪੁਰ ਆਏ, ਜਿੱਥੇ ਪਹਿਲੋਂ ਡੇਰਾ ਸੀ ਉੱਥੇ ਉਤਾਰਾ ਕਰ ਲਿਆ। ਔਰ ਰਾਏ ਜੋ ਤੇ ਬੜੀ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ। ਮਿਲਿਓ ਰਹਿ ਨਿਸ ਦਿਨ ਸੁਖ ਪਾਵੈ, ਕਰਤ ਵਾਰਤਾ ਲਾਪ ਆਨੰਦ। ਰਾਏ ਜੋਤ ਦਿਨ ਰਾਤ ਗੁਰੂ ਸਾਹਿਬ ਦੇ ਨਾਲ ਹੀ ਰਹਿੰਦਾ ਹੈ। ਦਿਨ ਦੇ ਵਿੱਚ ਕਈ ਤਰ੍ਹਾਂ ਦੇ ਵਾਰਤਾਲਾਪ ਬਚਨ ਬਲਾਸ ਕਰਦਾ ਹੈ, ਬੜੇ ਆਨੰਦ ਦੇ ਵਿੱਚ ਰਹਿੰਦਾ ਹੈ। ਹਾਥ ਜੋਰ ਕਰ ਜੋਤ ਬਖਾਨੇ, ਕਿਰਪਾ ਕਰੋ ਇਮ ਕਿਰਪਾ ਨਿਧਾਨ। ਅੱਜ ਰਾਏ ਜੋਤ ਨੇ ਹੱਥ ਜੋੜ ਕੇ ਬੇਨਤੀ ਕੀਤੀ, ਹੇ ਕਿਰਪਾ ਦੇ ਖਜ਼ਾਨੇ ਸਤਿਗੁਰੂ ਜੀ, ਸਾਡੇ 'ਤੇ ਇੱਕ ਕਿਰਪਾ ਹੋਰ ਕਰੋ। ਪਾਵਨ ਕੋ ਕਰ ਪਾਵਨ ਘਰ, ਮਮ ਪਾਵਨ ਕਰੋ ਦਾਸ ਕੋ ਜਾਨ। ਪਾਵਨ ਕੋ ਕਰ, ਸਤਿਗੁਰੂ ਜੀ ਆਪ ਜੀ ਦੇ ਚਰਨ, ਆਪ ਜੀ ਦੇ ਹੱਥ ਪਾਵਨ ਨੇ। ਪਾਵਨ ਘਰ ਮਮ, ਕਿਰਪਾ ਕਰੋ ਇਹ ਚਰਨ ਮੇਰੇ ਘਰ ਵਿੱਚ ਪਾ ਕੇ ਮੇਰੇ ਘਰ ਨੂੰ ਵੀ ਪਾਵਨ ਕਰ ਦਿਓ। ਪਾਵਨ ਕਰੋ ਦਾਸ ਜੋ ਜਾਨ,
ਤੇ ਸਤਿਗੁਰੂ ਜੀ ਮੈਨੂੰ ਭਰੋਸਾ ਹੈ, ਜਿਹਨੂੰ ਤੁਸੀਂ ਜਾਣਦੇ ਹੋ ਕਿ ਮੇਰਾ ਦਾਸ ਹੈ, ਉਹਨੂੰ ਤੁਸੀਂ ਪਾਵਨ ਜ਼ਰੂਰ ਕਰ ਦਿਓ। ਹੁਣ ਕਿਰਪਾ ਕਰੋ, ਘਰ ਨੂੰ ਵੀ ਜਾ ਕੇ ਪਾਵਨ ਕਰੋ। ਅਚੋ ਆਹਾਰ ਆਪ ਤਹਿ ਬੈਠੋ, ਪੁੰਨ ਚਾਹਤ ਕੀਨੋ ਪ੍ਰਸਥਾਨ। ਸਤਿਗੁਰੂ ਜੀ ਕਿਰਪਾ ਕਰੋ, ਸਾਡੀ ਚਾਹਤ ਹੈ ਕਿ ਘਰ ਦੇ ਵਿੱਚ ਬੈਠ ਕੇ ਤੁਸੀਂ ਪ੍ਰਸ਼ਾਦਾ ਛਕੋ, ਅਸੀਂ ਪਿਆਰ ਦੇ ਨਾਲ ਤੁਹਾਨੂੰ ਛਕਾਈਏ। ਇਹ ਅਭਿਲਾਖਾ ਪੂਰਨ ਕੀਜੈ, ਸਰਬ ਕਲਾ ਸਮਰੱਥ ਗੁਣਵਾਨ। ਇਹ ਸਤਿਗੁਰੂ ਜੀ ਤੁਸੀਂ ਸਰਬ ਕਲਾ ਦੇ ਨਾਲ ਸਮਰੱਥ ਹੋ, ਗੁਣਾਂ ਦੇ ਦਾਤੇ ਹੋ, ਮੇਰੀ ਇਹ ਅਭਿਲਾਖਾ ਵੀ ਪੂਰੀ ਕਰ ਦਿਓ। ਭਏ ਪ੍ਰੇਮ ਬਸ ਬਿਨਤੇ ਮਾਨੇ, ਗੁਰੂ ਗਰੀਬ ਨਿਵਾਜ ਕਿਰਪਾਲ। ਗੁਰੂ ਗਰੀਬ ਨਿਵਾਜ ਕਿਰਪਾਲੋ, ਗੁਰੂ ਜੀ ਪ੍ਰੇਮ ਵਸ ਹੋ ਗਏ, ਰਾਏ ਜੋਧ ਦੀ ਬੇਨਤੀ ਮੰਨ ਲਈ। ਲੈ ਕਰ ਗਵਣਿਓ ਸਦਨੇ ਆਪਣੇ, ਰੁਚਰਾ ਸਨ ਇੱਕ ਡਾਸ ਵਿਸਾਲ। ਰਾਏ ਜੋਧ ਗੁਰੂ ਸਾਹਿਬ ਜੀ ਨੂੰ ਆਪਣੇ ਨਾਲ ਲੈ ਕੇ ਆਪਣੇ ਮਹਿਲਾਂ ਦੇ ਵਿੱਚ ਗਿਆ। ਸਭ ਤੋਂ ਪਹਿਲੋਂ ਗੁਰੂ ਸਾਹਿਬ ਜੀ ਵਾਸਤੇ ਬਹੁਤ ਸੋਹਣਾ ਜਿਹੜਾ ਪਲੰਗ ਸੀ ਉਹ ਡਾਇਆ। ਕਰ ਕੋ ਜੋਰ ਬਿਠਾਵਣ ਕਿੰਨੇ, ਦੰਪਤ ਆਏ ਹਰਕ ਤਿਸ ਕਾਲ। ਦੰਪਤ ਦੋਵਾਂ ਪਤੀ ਪਤਨ ਨੇ ਹੱਥ ਜੋੜ ਕੇ ਬੇਨਤੀ ਕਰਕੇ ਉਸ ਪਲੰਗ ਤੇ ਬਿਠਾਇਆ। ਜਲ ਕਰ ਧਾਰ ਜੋਤ ਤਬ ਡਾਰਤ, ਚਰਨ ਭਾਰਜਾ ਭਲੇ ਪਖਾਲ। ਦੋਵੇਂ ਪਤੀ ਤੇ ਪਤਨੀ ਗੁਰੂ ਸਾਹਿਬ ਦੀ ਸੇਵਾ ਕਰਦੇ ਨੇ। ਰਾਏ ਜੋਧ ਜਲ ਲੈ ਕੇ ਆਇਆ। ਰਾਏ ਜੋਧ ਦੇ ਘਰ ਵਾਲੀ ਪਤਨੀ ਜਿਹੜੇ ਹੈ ਉਹਨੇ ਚਰਨਾਂ ਦੇ ਥੱਲੇ ਇੱਕ ਭਾਂਡਾ ਰੱਖਿਆ ਹੈ। ਰਾਏ ਜੋਧ ਪਾਣੀ ਪਾਉਂਦਾ ਹੈ। ਰਾਏ ਜੋਧ ਦੇ ਘਰ ਵਾਲੀ ਗੁਰੂ ਸਾਹਿਬ ਦੇ ਚਰਨਾਂ ਨੂੰ ਮਲ ਮਲ ਕੇ ਪਾਣੀ ਦੇ ਨਾਲ ਧੋ ਰਹੇ ਨੇ। ਚਰਨ ਅੰਮ੍ਰਿਤ ਕੋ ਪਾਨ ਕਰਿਓ, ਜੁਗ ਸੇਸ ਬਿਲੋਚਨ ਕੋ ਤਬ ਲਾਏ। ਔਰ ਪਹਿਲੋਂ ਅੰਮ੍ਰਿਤ ਛਕਣ ਦਾ ਹੀ ਤਰੀਕਾ ਸੀ, ਚਰਨ ਅੰਮ੍ਰਿਤ ਦਿੱਤਾ ਜਾਂਦਾ ਸੀ। ਗੁਰੂ ਸਾਹਿਬ ਦੇ ਚਰਨ ਧੋ ਕੇ ਦੋਵਾਂ ਨੇ ਉਹ ਅੰਮ੍ਰਿਤ ਛਕਿਆ, ਆਪਣੇ ਸਿਰ ਦੇ ਵਿੱਚ ਪਾਇਆ, ਦੋਵਾਂ ਅੱਖਾਂ ਦੇ ਵਿੱਚ ਪਾਇਆ। ਸਦਨ ਕਰਿਓ ਸ਼ਿਰ ਕਾਵਣ ਸਾਰੇ, ਸਤਿਗੁਰੂ ਸਰਦਾ ਅਧਿਕ ਵਧਾਏ। ਗੁਰੂ ਸਾਹਿਬ ਜੀ ਦੀ ਸਰਦਾ ਉਹਨਾਂ ਦੇ ਅੰਦਰ ਇੰਨੀ ਵਧੀ ਕਿ ਬਾਕੀ ਦਾ ਜਿਹੜਾ ਜਲ ਸੀ ਸਾਰੇ ਘਰ ਦੇ ਵਿੱਚ ਉਹਦਾ ਛਿੜਕਾਅ ਕੀਤਾ। ਨਾਨਾ ਬਿਧ ਕੇ ਸਵਾਦਲ ਭੋਜਨ, ਥਾਰ ਪਰੋਸ ਆਪ ਹੀ ਲਿਆਏ। ਜਿੱਥੇ ਰਾਣੀ ਨੇ ਆਪ ਨਾਲ ਲੱਗ ਕੇ ਸਾਰੇ ਲੰਗਰ ਪਕਵਾਨ ਤਿਆਰ ਕਰਾਏ, ਉੱਥੇ ਰਾਏ ਜੋਧ ਤੇ ਰਾਣੀ ਦੋਵੇਂ ਆਪ ਗੁਰੂ ਸਾਹਿਬ ਜੀ ਵਾਸਤੇ ਥਾਲ ਪਰੋਸ ਕੇ ਲਿਆਏ ਨੇ। ਤਾਰੇ ਆਗੇ ਨਿਜ ਲੈ ਰੁਮਾਲ ਕਰ, ਦੰਪਤ ਠਾਠੇ ਅਸਨ ਅਚਾਏ। ਥਾਲ ਗੁਰੂ ਸਾਹਿਬ ਦੇ ਅੱਗੇ ਰੱਖਿਆ, ਦੋਵੇਂ ਪਤੀ ਪਤਨੀ ਖਲੋ ਗਏ ਨੇ। ਰਾਏ ਜੋਧ ਨੇ ਹੱਥ ਵਿੱਚ ਰੁਮਾਲ ਫੜਿਆ ਕਿ ਜਿਹਦੇ ਨਾਲ ਮੱਖੀ ਕੋ ਨੇੜੇ ਨਾ ਹੋਵੇ। ਹੱਥ ਜਿਹੜੇ ਰੁਮਾਲ ਦੇ ਨਾਲ ਗੁਰੂ ਸਾਹਿਬ ਦੇ ਹੱਥ ਧਵਾ ਕੇ ਪੁੰਜੇ, ਉਹ ਹੱਥ ਵਿੱਚ ਫੜ ਲਿਆ। ਇੱਕ ਪਾਸੇ ਰੱਖਿਆ, ਇੱਕ ਰੁਮਾਲ ਹੋਰ ਫੜਿਆ। ਗੁਰੂ ਸਾਹਿਬ ਦੇ ਸਾਹਮਣੇ ਖਲੋ ਕੇ ਬੜੇ ਪਿਆਰ ਦੇ ਨਾਲ ਹੁਣ ਪ੍ਰਸ਼ਾਦਾ ਛਕਾਉਣ ਲੱਗੇ ਨੇ। ਇਹ ਸਵਾਦਲ ਬਹੁ ਮਧੁਰ ਬਣਿਓ ਪ੍ਰਭੂ, ਇਹ ਬਹੁਤ ਉਰਸ ਸਲਵਣ ਪ੍ਰਕਾਰ। ਪਹਿਲੋਂ ਤੇ ਥਾਲੀ ਦੇ ਵਿੱਚ ਪਰੋਸ ਕੇ ਲਿਆਏ, ਤੇ ਫਿਰ ਜਦੋਂ ਦੁਬਾਰੇ ਪੁੱਛੀਦਾ ਕਿ ਸਤਿਗੁਰੂ ਜੀ ਆਹ ਚੀਜ਼ ਰੱਖੀਏ, ਫਿਰ ਬੜੇ ਪਿਆਰ ਦੇ ਨਾਲ ਕਹਿੰਦੇ ਨੇ ਸਤਿਗੁਰੂ ਜੀ ਆਹ ਤਾਂ ਬੜਾ ਹੀ ਸਵਾਦ ਬਣਿਆ, ਮਿੱਠਾ ਪਦਾਰਥ ਹੈ। ਆਹ ਨਮਕੀਨ ਚੌਲ ਨੇ ਬੜੇ ਸਵਾਦ ਨੇ, ਖਾ ਕੇ ਦੇਖੋ। ਇਮ ਕਹਿ ਕਰ ਬਹੁ ਧਰ ਧਰ ਭਾਉ, ਸਣੇ ਸਣੇ ਅਚਵਾਏ ਆਹਾਰ। ਹੌਲੀ ਹੌਲੀ ਇੱਕ ਇੱਕ ਦੋ ਦੋ ਚੀਜ਼ਾਂ ਕਰਕੇ ਲਿਆਉਂਦੇ ਨੇ, ਕਿਉਂਕਿ ਆਪ ਜੀ ਜਾਣਦੇ ਹੋ ਕਿ ਬਹੁਤ ਵੱਡੇ ਘਰਾਂ ਦੇ ਵਿੱਚ ਕਈ ਵਾਰੀ ਪਕਵਾਨ ਐਸੇ ਬਣਦੇ ਨੇ ਜਿਨ੍ਹਾਂ ਬਾਰੇ ਸਾਡੇ ਆਮ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਇਹਨੂੰ ਕਹਿੰਦੇ ਕੀ ਨੇ, ਖਾਣਾ ਕਿਵੇਂ ਹੈ। ਪਕਵਾਨ ਬੜੇ ਨੇ ਔਰ ਓਨੇ ਪਿਆਰ ਦੇ ਨਾਲ ਛਕਾਉਂਦੇ ਨੇ। ਇੱਕ ਇੱਕ ਚੀਜ਼ ਲਿਆ ਕੇ ਬੜੇ ਸਤਿਕਾਰ ਨਾਲ ਹੌਲੀ ਹੌਲੀ ਛਕਾਉਂਦੇ ਨੇ। ਸਤਿਗੁਰੂ ਜੀ ਆਹ ਚੱਖ ਕੇ ਦੇਖੋ। ਮਹਾਰਾਜ ਇਹ ਅਪਰ ਅਸਨ ਸ਼ੈ, ਲੀਜੇ ਸਵਾਦ ਕਰਿਓ ਹਿਤ ਧਾਰ। ਕਦੇ ਕਹਿੰਦੇ ਨੇ ਮਹਾਰਾਜ ਜੀ ਆਹ ਸ਼ੈ ਬੜੀ ਸਵਾਦ ਹੈ, ਕਿਉਂਕਿ ਕਈਆਂ ਦੇ ਬਾਰੇ ਉਹਨਾਂ ਨੂੰ ਆਪ ਵੀ ਨਾਂ ਨਹੀਂ ਪਤਾ ਹੁੰਦਾ, ਪਰ ਬਣਿਆ ਹੁੰਦਾ ਹੈ।
ਆਹ ਸ਼ੈ ਦੇਖ ਕੇ ਖਾ ਕੇ ਦੇਖੋ ਬੜੀ ਸਵਾਦ ਹੈ। ਹੁਣ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕੋਈ ਸਵਾਦੂ ਨਹੀਂ, ਉਹ ਰਸਾ ਕਸਾ ਤੋਂ ਉੱਠੇ ਹੋਏ ਨੇ, ਪਰ ਇੱਥੇ ਜਿਹੜਾ ਪ੍ਰੇਮ ਦਾ ਸਵਾਦ ਹੈ ਨਾ ਉਹ ਵੱਖਰਾ ਹੈ। ਪ੍ਰੇਮ ਦੇ ਵਿੱਚ ਕੱਲੇ ਕੱਲੇ ਚੀਜ਼ ਲਿਆਉਂਦੇ ਨੇ, ਥੋੜ੍ਹੀ ਜਿਹੀ ਛੱਕ ਕੇ ਦੇਖੋ ਬੜੀ ਸਵਾਦ ਹੈ। ਇਮ ਕਹਿ ਨਏ ਨਏ ਧਰ ਆਗੈ ਕਰੇ ਰਜਾਵਣ ਗੁਰੂ ਉਧਾਰ। ਇਸ ਤਰ੍ਹਾਂ ਕਹਿ ਕਹਿ ਕੇ ਨਵੇਂ ਤੋਂ ਨਵੇਂ ਇੱਕ ਤੋਂ ਇੱਕ ਆਈਟਮ ਲਿਆਉਂਦੇ ਨੇ, ਨਵੇਂ ਤੋਂ ਨਵਾਂ ਪਕਵਾਨ ਲਿਆਉਂਦੇ ਨੇ, ਔਰ ਪੂਰੇ ਪਿਆਰ ਦੇ ਨਾਲ ਤੇ ਭਾਵਨਾ ਨਾਲ ਛਕਾ ਰਹੇ ਨੇ। ਤ੍ਰਿਪਤ ਭਏ ਸੁੰਦਰ ਜਲ ਸ਼ੀਤਲ ਸਿੱਖ ਸੁਤਾਲੇ ਕਰਨ ਜਹਾਥ। ਸਤਿਗੁਰੂ ਜੀ ਨੇ ਜਿੰਨਾ ਛਕਣਾ ਸੀ ਛਕ ਕੇ ਤ੍ਰਿਪਤ ਹੋਏ, ਔਰ ਜਿੰਨਾ ਛਕਣਾ ਸੀ ਉਦੋਂ ਤੋਂ ਵੱਧ ਛਕਾਇਆ ਪਿਆਰ ਦੇ ਨਾਲ ਕਿ ਥੋੜ੍ਹਾ ਜਿਹਾ ਆ ਵੀ ਛਕ ਲਓ, ਥੋੜ੍ਹਾ ਜਿਹਾ ਆ ਵੀ ਛਕੋ। ਸਤਿਗੁਰੂ ਜੀ ਤ੍ਰਿਪਤ ਹੋਏ ਨੇ, ਠੰਡਾ ਜਲ ਛਕਿਆ ਹੈ। ਦਿਓ ਪਾਨ ਕਰਬੇ ਕੋ ਤਿਸ ਛਿਨ ਲੈ ਕਰ ਪੀਵਤ ਭੇ ਜਗਨਾਥ। ਰਾਏ ਜੋਧ ਦੇ ਘਰ ਵਾਲੀ ਨੇ ਗਲਾਸ ਭਰ ਕੇ, ਜਿਹੜਾ ਸੀ ਬਾਟਾ ਭਰ ਕੇ ਜਲ ਦਿੱਤਾ, ਗੁਰੂ ਸਾਹਿਬ ਨੇ ਛਕਿਆ। ਕਰਿਓ ਚੁਰਾ ਆਰ ਪਾਣ ਪਖਾਰੇ ਪ੍ਰੇਮ ਪਰਖ ਲਖ ਸਰਦਾ ਸਾਥ। ਸਤਿਗੁਰੂ ਜੀ ਨੇ ਚੁਲਾ ਕੀਤਾ, ਗੁਰੂ ਸਾਹਿਬ ਦੇ ਹੱਥ ਧਵਾਏ, ਔਰ ਗੁਰੂ ਸਾਹਿਬ ਜੀ ਨੇ ਇਸ ਪ੍ਰੇਮ ਨੂੰ ਵੇਖਿਆ ਵੀ ਜਾਣਿਆ ਵੀ ਕਿ ਇਹਨਾਂ ਦੇ ਅੰਦਰ ਸ਼ਰਧਾ ਬੜੀ ਹੈ, ਪ੍ਰੇਮ ਬੜਾ ਹੈ। ਬਰ ਕੋ ਦੇਤ ਭਏ ਸਿਰ ਜਗ ਗੁਰ ਜਬ ਦੰਪਤ ਪਦ ਧਾਰਿਓ ਮਾਥ। ਪ੍ਰਸ਼ਾਦਾ ਛਕਾ ਕੇ ਹੱਥ ਧਵਾਉਣ ਤੋਂ ਬਾਅਦ, ਤੌਲੀਏ ਨਾਲ ਸਾਫ਼ ਕਰਨ ਤੋਂ ਬਾਅਦ, ਦੋਵਾਂ ਪਤੀ ਪਤਨੀ ਨੇ ਗੁਰੂ ਸਾਹਿਬ ਦੇ ਚਰਨਾਂ 'ਚ ਮੱਥਾ ਟੇਕਿਆ ਫਿਰ, ਔਰ ਗੁਰੂ ਸਾਹਿਬ ਨੇ ਫਿਰ ਖੁਸ਼ ਹੋ ਕੇ ਬਚਨ ਕੀਤੇ। ਤੁਮਰੇ ਔਰ ਗੁਰਮਤਿ ਹੋਏ ਪ੍ਰਾਪਤ ਹਮ ਪਰਲੋਕ ਮੈਂ ਬਣੇ ਸਹਾਏ। ਸਤਿਗੁਰੂ ਜੀ ਕਹਿੰਦੇ ਨੇ ਗੁਰੂ ਕਿਰਪਾ ਕਰਨ ਤੁਹਾਡੇ ਅੰਦਰ ਗੁਰਮਤਿ ਪੈਦਾ ਹੋਏ, ਗੁਰੂ ਦੀ ਮੱਤ ਆਏ। ਦੇਖੋ ਗੁਰੂ ਦੀ ਮੱਤ ਆਪਾਂ ਛੇਤੀ ਕਿਤੇ ਲੈਂਦੇ ਨਹੀਂ, ਕਿਤੇ ਕਿਤੇ ਆ ਵੀ ਜਾਂਦੀ, ਪਰ ਕਿਤੇ ਫਿਰ ਮਰਜ਼ੀ ਵੀ ਕਰ ਜਾਂਦੇ ਆ ਕਿ ਹੁਣ ਤੇ ਚਲੋ ਵਿਆਹ ਸ਼ਾਦੀ ਇੱਥੇ ਤਾਂ ਚੱਲਦਾ ਹੀ ਹੈ, ਚੱਲਦਾ ਨਹੀਂ ਉੱਥੇ ਆਪਣੀ ਮੱਤ ਅਸੀਂ ਵਰਤਾ ਦਿੰਦੇ ਹਾਂ। ਪਰ ਸਤਿਗੁਰੂ ਜੀ ਕਿਰਪਾ ਕਰਦੇ ਨੇ, ਗੁਰੂ ਦੀ ਮੱਤ ਜਿਹਨੂੰ ਆ ਜਾਏ ਕਿ ਤੁਹਾਨੂੰ ਗੁਰੂ ਦੇ ਮੱਤ ਪ੍ਰਾਪਤ ਹੋਵੇ, ਅਸੀਂ ਪਰਲੋਕ ਦੇ ਵਿੱਚ ਵੀ ਤੁਹਾਡੇ ਸਹਾਈ ਬਣਾਂਗੇ। ਭਗਤ ਗਿਆਨ ਅਭਿਆਸੋ ਦੰਪਤ ਸਤਨਾਮ ਸਿਮਰੋ ਲਿਵ ਲਾਏ। ਫਿਰ ਸਤਿਗੁਰੂ ਜੀ ਦੋਵਾਂ ਨੂੰ ਕਹਿੰਦੇ ਨੇ ਭਾਈ ਦੋਵੇਂ ਭਗਤੀ ਤੇ ਗਿਆਨ ਦਾ ਅਭਿਆਸ ਕਰੋ। ਭਗਤ ਗਿਆਨ ਅਭਿਆਸੋ ਦੰਪਤ, ਭਗਤੀ ਦਾ ਅਭਿਆਸ, ਗਿਆਨ ਦਾ ਅਭਿਆਸ। ਗੁਰੂ ਦੇ ਦਿੱਤੇ ਹੋਏ ਗਿਆਨ ਨੂੰ ਬਾਰ-ਬਾਰ ਅੰਦਰ, ਬਾਰ-ਬਾਰ ਜਿਹੜਾ ਅੰਦਰ ਦ੍ਰਿੜ ਕਰਨਾ, ਅਭਿਆਸ ਕਰਨਾ। ਵਾਹਿਗੁਰੂ 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 ਵਾਹਿਗੁਰੂ। ਜਿੱਥੇ ਸੰਗਤ ਰੂਪ ਵਿੱਚ ਬੈਠ ਕੇ ਜਪਣਾ, ਉੱਥੇ ਇਕੱਲੇ ਬੈਠ ਕੇ ਅਭਿਆਸ ਕਰਨਾ, ਕਿਤੇ ਅੰਦਰੋਂ ਚੱਲ ਜੇ। ਇਹ ਤੁਸੀਂ ਅਭਿਆਸ ਕਰਨਾ ਭਾਈ। ਫਿਰ ਸਤਨਾਮ ਵਾਹਿਗੁਰੂ ਦਾ ਲਿਵ ਲਾ ਕੇ ਸਿਮਰਨ ਕਰਨਾ, ਧਿਆਨ ਜੋੜ ਕੇ। ਪ੍ਰਭ ਭਾਣੇ ਮਹਿ ਹਰਖੋ ਹਿਤ ਧਰ ਹਉਮੈ ਤਿਆਗ ਮਿਥਿਆ ਭਾਏ। ਸਤਿਗੁਰੂ ਜੀ ਕਹਿੰਦੇ ਨੇ ਫਿਰ ਪ੍ਰਭੂ ਦੇ ਭਾਣੇ ਦੇ ਵਿੱਚ ਖੁਸ਼ ਰਹਿਣਾ ਹੈ। ਰੱਬ ਪਰਮੇਸ਼ਰ ਜੋ ਵੀ ਕੁਛ ਕਰੇ ਉਲਾਂਭਾ ਕਦੇ ਨਹੀਂ ਦੇਣਾ। ਹਉਮੈ ਤਿਆਗੂ ਮਿਥਿਆ ਭਾਏ, ਇਸ ਹਉਮੈ ਨੂੰ ਅੰਦਰੋਂ ਬਿਲਕੁਲ ਛੱਡ ਦੇਣਾ। ਇਹ ਬਿਲਕੁਲ ਇੱਕ ਮਿਥਿਆ ਝੂਠੀ ਹਉਮੈ ਖਾਮ ਖਾਈ ਦੀ। ਔਰ ਨਾਲੇ ਗੁਰੂ ਸਾਹਿਬ ਜੀ ਕਹਿੰਦੇ ਨੇ ਅਣ ਹੋਵਤ ਹੀ ਉਪਜੇ ਹੀਏ ਮਹਿ ਲਖੋ ਸਰੂਪ ਸੋ ਸਹਿਜ ਸੁਭਾਏ। ਅਣ ਹੋਵਤ ਹੀ ਉਪਜੀ ਹੀਏ ਮਹਿ, ਇਹ ਖਾਮ ਖਾਈ ਅੰਦਰੋਂ ਹੀ ਪੈਦਾ ਹੋਈ ਹੈ। ਦੇਖੋ ਝੋਨਾ ਬੀਜਣਾ ਪੈਂਦਾ, ਕੱਲਾ ਕੱਲਾ ਬੂਟਾ ਲਾਉਣਾ ਪੈਂਦਾ ਹੈ, ਪਰ ਨਦੀਨ ਬੀਜਣ ਦੀ ਲੋੜ ਨਹੀਂ, ਆਪਣੇ ਆਪ ਉੱਗ ਜਾਂਦਾ ਹੈ। ਇਹ ਹਉਮੈ ਨਦੀਨ ਦੀ ਤਰ੍ਹਾਂ ਇਹਨੂੰ ਬੀਜਣ ਦੀ ਲੋੜ ਨਹੀਂ ਪੈਂਦੀ, ਇਹਨੂੰ ਪੱਠੇ ਪਾਉਣ ਦੀ ਲੋੜ ਵੀ ਨਹੀਂ ਪੈਂਦੀ, ਨਾ ਇਹਨੂੰ ਖਾਦ ਦੀ ਲੋੜ ਪਵੇ, ਤੇ ਆਪਣੇ ਆਪ ਹੀ ਉੱਗਦਾ, ਔਰ ਬੜਾ ਉੱਗਦਾ ਹੈ।
ਇਹ ਅਣਹੋਂਦਾ ਹੀ ਹੈ। ਸਤਿਗੁਰੂ ਜੀ ਕਹਿੰਦੇ ਨੇ ਆ ਜਾਂਦਾ ਭਾਈ ਅੰਦਰ, ਪਰ ਇਸ ਹਉਮੈ ਨੂੰ ਅੰਦਰ ਆਉਣ ਨਹੀਂ ਦੇਣਾ, ਬਸ ਅਭਿਆਸ ਇਹੀ ਕਰਨਾ ਹੈ। ਅਣ ਅੰਤ ਹੈ ਅਣਹੋਵਤ ਹੈ ਉਪਜੇ ਹੀ ਹੈ ਮੈਂ ਹੈ, ਲਖੋ ਸਰੂਪ ਸੋ ਸਹਿਜ ਸੁਭਾਏ। ਬਸ ਆਪਣੇ ਸਰੂਪ ਨੂੰ ਜਾਣੋ। ਤੇ ਭਾਈ ਤੁਹਾਡਾ ਸਰੂਪ ਕੀ ਹੈ, ਸਾਡਾ ਸਰੂਪ ਕੀ ਹੈ? ਗੁਰੂ ਸਾਹਿਬ ਜੀ ਬਾਰ-ਬਾਰ ਸਮਝਾਉਂਦੇ ਨੇ, ਮਨ ਤੂੰ ਸਰੀਰ ਨਹੀਂ, ਸਰੀਰ ਦਾ ਹਿੱਸਾ ਵੀ ਨਹੀਂ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਤੇ ਜਿੱਦਣ ਮੂਲ ਦੇ ਪਛਾਣ ਹੋ ਗਈ ਸਾਚੇ, ਫਿਰ ਇਹ ਜਿਹੜਾ ਬਿਨਾ ਪੈਦਾ ਕਰੇ ਤੋਂ ਅਣਹੋਣ ਦੇ ਬਿਨਾ ਮਤਲਬ ਤੇ ਜਿਹੜਾ ਅੰਦਰ ਹਉਮੈ ਆਉਂਦੀ ਹੈ ਨਾ, ਇਹ ਕਦੇ ਵੀ ਨਹੀਂ ਆਏਗੀ। ਬਸ ਅੰਦਰ ਦੀ ਪਹਿਚਾਣ ਕਰੋ, ਆਪਣੇ ਆਪ ਦੀ ਪਹਿਚਾਣ ਕਰੋ, ਆਪਣੇ ਸਰੂਪ ਨੂੰ ਜਾਣੋ। ਹੂਤੋ ਭੂਤ ਜੋ ਰਹਿ ਭਵਿਖਿਅਤ, ਸਤ ਚੇਤਨ ਆਨੰਦ ਪ੍ਰਮਾਨ। ਭਾਈ ਤੁਹਾਡਾ ਸਰੂਪ ਹੈ ਜੋ ਹੂਤੋ ਭੂਤ, ਭੂਤ ਦਾ ਅਰਥ ਆਪ ਜੀ ਸਮਝਦੇ ਨਾ, ਬੀਤਿਆ ਹੋਇਆ ਸਮਾਂ। ਤੁਹਾਡੇ ਸਰੀਰ ਧਾਰਨ ਤੋਂ ਪਹਿਲੋਂ ਵੀ ਜਿਹੜਾ ਸੀ, ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਤ ਚੇਤਨ ਰਹਿਣਾ ਹੈ, ਜਿਹੜਾ ਹੈ ਹੀ ਆਨੰਦ ਸਰੂਪ। ਤੁਹਾਡਾ ਸਰੂਪ ਉਹ ਹੈ, ਬਸ ਉਹਨੂੰ ਪਛਾਣੋ, ਜਿਹੜਾ ਕਦੇ ਨਾ ਜੰਮਦਾ ਨਾ ਮਰਦਾ ਹੈ। ਸੋ ਸਰੂਪ ਤੁਮ ਆਪਣੋ ਜਾਨੋ, ਨਹਿ ਉਪਜੇ ਨਹਿ ਹੋਵਤ ਹਾਨ। ਬਸ ਆਪਣਾ ਸਰੂਪ ਉਹ ਸਮਝੋ। ਭਾਈ ਨਾ ਕੋਈ ਜੰਮਦਾ ਨਾ ਕੋਈ ਮਰਦਾ, ਬਸ ਇਹ ਤਾਂ ਭਾਂਡੇ ਨੇ, ਸਰੀਰ ਰੂਪੀ ਭਾਂਡੇ ਨੇ। ਤੇ ਭਾਂਡੇ ਘੜਨ ਵਾਲਾ ਉਹ ਘੁਮਿਆਰ ਵੱਖ-ਵੱਖ ਤਰੀਕਿਆਂ ਦੇ ਘੜ ਕੇ ਰੱਖੀ ਜਾਂਦਾ ਹੈ। ਇਹ ਭਾਂਡੇ ਟੁੱਟ ਜਾਂਦੇ ਨੇ, ਪਰ ਭਾਂਡਿਆਂ ਦੇ ਵਿੱਚ ਜਿਹੜਾ ਪਿਆ ਹੋਇਆ ਜੀਵ ਆਤਮਾ ਹੈ ਉਹ ਕਦੇ ਨਹੀਂ ਜੰਮਦਾ, ਉਹ ਕਦੇ ਨਹੀਂ ਮਰਦਾ। ਸੂਖਮ ਤੇ ਅਤ ਸੂਖਮ ਹੈ ਨਿਤ, ਅਹਿਮਦ ਤੇ ਮਹਿਦ ਮਹਾਨ। ਉਹ ਜੋਤ ਸਰੂਪ ਜਿਹੜਾ ਪਰਮੇਸ਼ਰ ਹੈ, ਜਿਹੜਾ ਜੀਵ ਆਤਮਾ ਹੈ, ਉਹ ਬਰੀਕ ਤੋਂ ਬਰੀਕ ਹੈ, ਸੂਖਮ ਤੋਂ ਸੂਖਮ ਹੈ। ਇਹ ਮਹਿਦ ਤੇ ਮਹਿਤ ਮਹਾਨ, ਵੱਡੇ ਤੋਂ ਵੱਡਾ ਹੈ। ਜਿਹਨੂੰ ਗੁਰੂ ਸਾਹਿਬ ਜੀ ਕਹਿੰਦੇ ਨੇ, ਚਿੰਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ। ਸਾਰਿਆਂ ਦੇ ਉੱਤੇ ਕਿਰਪਾ, ਭਾਵੇਂ ਉਹ ਕੀੜੀ ਹੈ ਤੇ ਭਾਵੇਂ ਹਾਥੀ, ਸਭ ਤੇ ਬਰਾਬਰ ਹੈ। ਸਾਰਿਆਂ ਦੇ ਵਿੱਚ ਇੱਕੋ ਸਰੂਪ ਹੈ ਔਰ ਪੂਰੇ ਦਾ ਪੂਰਾ ਹੈ। ਉਹ ਬਰੀਕ ਤੋਂ ਬਰੀਕ ਹੈ, ਮਹਾਨ ਤੋਂ ਮਹਾਨ, ਵੱਡੇ ਤੋਂ ਵੱਡਾ ਹੈ। ਅੰਤੈ ਕਰਣ ਉਪਾਧਿ ਸੋ ਮਿਲ, ਇੰਦਰੀਆ ਸੋ ਸੰਬੰਧ ਪੁਨ ਠਾਨ। ਕਹਿੰਦੇ ਨੇ ਆਪਣੇ ਅੰਤਰ ਕਰਨ, ਆਪਣੀ ਪਦਵੀ ਨੂੰ ਮਿਲ ਕੇ, ਆਪਣੇ ਆਪ ਨੂੰ ਪਛਾਣ ਕੇ, ਫਿਰ ਇਹ ਸਮਝ ਲੱਗਦੇ ਕਿ ਇੰਦਰੀਆਂ ਦੇ ਨਾਲ ਵੀ ਸੰਬੰਧ ਬਣਾ ਕੇ ਰੱਖਿਆ ਹੋਇਆ ਹੈ। ਉਸੇ ਜੋਤ ਨੇ ਤੁਹਾਡੇ ਇੰਦਰੀਆਂ ਦੇ ਨਾਲ ਸੰਬੰਧ ਬਣਾਇਆ, ਪਰ ਇੰਦਰੇ ਜੋਤ ਨਹੀਂ। ਇਹ ਸਰੀਰ ਜੋਤ ਨਹੀਂ, ਸਰੀਰ ਦੇ ਵਿੱਚ ਰਹਿਣ ਵਾਲਾ ਜੀਵ ਆਤਮਾ ਜੋਤ ਹੈ। ਹਰਕ ਸੋਗ ਕੋ ਭਾਗੀ ਬਣ ਕਰ, ਜਨਮ ਮਰਨ ਕੋ ਪੁਨ ਪੁਨ ਪਾਏ। ਬਸ ਜਿਹੜਾ ਫਿਰ ਇੰਦਰੀਆਂ ਦਾ ਸਹਿਯੋਗ ਮਿਲਿਆ, ਇਹਨਾਂ ਇੰਦਰੀਆਂ ਵਿੱਚ ਫਸ ਕੇ ਜਿਹੜਾ ਹਰਖ ਤੇ ਸੋਗ ਦਾ ਭਾਗੀਦਾਰ ਬਣਦਾ ਹੈ। ਕਿ ਸੋਗ ਹੋਵੇ ਤੇ ਰੋ ਰੋ ਕੇ ਬੁਰਾ ਹਾਲ, ਖੁਸ਼ੀ ਹੋਵੇ ਤੇ ਫਿਰ ਨੱਚ ਨੱਚ ਕੇ ਬੁਰਾ ਹਾਲ। ਫਿਰ ਖੁਸ਼ੀ ਮਨਾਉਣ ਦਾ ਤਰੀਕਾ ਵੀ ਬਦਲ ਜਾਂਦਾ, ਪਤਾ ਹੀ ਨਹੀਂ ਕੀ ਕਰਦਾ ਬੰਦਾ ਖੁਸ਼ੀ ਦੇ ਵਿੱਚ, ਕੀ ਕੁਝ ਕਰਦਾ ਹੈ ਕਿ ਜੋ ਕੁਛ ਨਹੀਂ ਕਰਨਾ। ਕਹਿੰਦੇ ਬਸ ਇਹ ਕਾਰਨ ਬਣਦਾ ਜਨਮ ਮਰਨ ਕੋ ਪੁਨ ਪੁਨ ਪਾਏ, ਜਿਹਦੇ ਕਰਕੇ ਮੁੜ ਮੁੜ ਕੇ ਇਹਨਾਂ ਸਰੀਰਾਂ ਵਿੱਚ ਆਉਂਦਾ, ਪਰ ਇਹ ਆਤਮਾ ਜੀਵ ਆਤਮਾ ਨਹੀਂ ਜੰਮਦਾ ਮਰਦਾ। ਹਾਂ, ਉਹ ਸਰੀਰ ਬਾਰ-ਬਾਰ ਜੰਮਦਾ ਮਰਦਾ ਹੈ। ਨਹਿ ਸੰਖਿਆ ਪੂਰਬ ਤਨ ਧਾਰਨ, 84 ਲੱਖ ਜੂਨ ਭਰਮਾਏ। ਔਰ ਇੱਥੇ ਗੁਰੂ ਸਾਹਿਬ ਨੇ ਸਪਸ਼ਟ ਕੀਤਾ, ਭਾਈ ਇਹ ਜਿਹੜੇ 84 ਲੱਖ ਜੂਨਾਂ ਦੇ ਵਿੱਚ ਭਰਮਦਾ ਹੈ ਨਾ, ਇਹਦੀ ਕੋਈ ਗਿਣਤੀ ਮਿਣਤੀ ਨਹੀਂ। ਇਹ ਤਾਂ ਜਿਵੇਂ ਕਹਿ ਦਿੱਤਾ ਜਾਂਦਾ ਨਾ, ਤੇਰੇ ਵਰਗੇ 36 ਵੇਖੇ ਨੇ। ਹੁਣ 36 ਤੇ ਨਹੀਂ ਨਾ ਵੇਖੇ ਹੁੰਦੇ ਜੀ, ਹੋ ਸਕਦਾ ਸੈਂਕੜੇ ਹਜ਼ਾਰਾਂ ਵੇਖੇ ਹੋਣ, ਹੋ ਸਕਦਾ ਇੱਕ ਤੋਂ ਵੱਧ ਵੇਖੇ ਹੋਣ। ਇਸੇ ਤਰ੍ਹਾਂ ਗੁਰੂ ਸਾਹਿਬ ਜੀ ਇੱਕ ਇਹਨੂੰ ਗਿਣਤੀ ਦਾ ਹਿੱਸਾ ਕਹਿ ਲਈਏ ਕਿ ਗੁਰੂ ਸਾਹਿਬ ਜੀ ਕਹਿੰਦੇ ਨੇ 84 ਲੱਖ ਦੇ ਵਿੱਚ ਭਰਮਦਾ ਹੈ, ਪਰ ਇਹ ਗਿਣਤੀ ਤੋਂ ਬਾਹਰ ਹੈ। ਇਹਦੀ ਕੋਈ ਗਿਣਤੀ ਨਹੀਂ ਕਿ ਕਿੰਨੀਆਂ ਕੁ ਜੂਨਾਂ ਨੇ, ਅਸੰਖ ਹੀ ਨੇ। ਆਗੇ ਜੁਗ ਅਸੰਖ ਮਹਿ ਜਾਨੋ,
ਤਰੇ ਦੇਹ ਭੋਗੇ ਬਿਨਸਾਏ, ਪਿੱਛੇ ਅਸੰਖਾਂ ਹੀ ਜੂਨਾ। ਤੇ ਅੱਗੇ ਫਿਰ ਕਹਿੰਦੇ ਨੇ ਯੁੱਗ, ਅੱਗੇ ਯੁੱਗ ਅਸੰਖ ਮਹਿ ਜਾਨੋ। ਅੱਗੇ ਵੀ ਗਿਣਤੀ ਕੋਈ ਨਹੀਂ ਕਿ ਕਿੰਨੇ ਯੁੱਗ ਤੱਕ ਕਿਹੜੀਆਂ ਕਿਹੜੀਆਂ ਜੂਨਾਂ ਦੇ ਵਿੱਚ ਪਰਵਣਾ ਪਏਗਾ। ਬਾਰ ਬਾਰ ਜਮ ਕੇ ਬਸ ਪਰ ਕੈ, ਊਚ ਕੇ ਨੀਚ ਹਰਟ ਹੈ ਭਾਏ। ਬਸ ਜਿਹੜਾ ਇਹਨਾਂ ਸਰੀਰਾਂ ਦੇ ਵਿੱਚ ਮੋਹ ਦੇ ਵਿੱਚ ਫਸ ਕੇ ਰਹਿ ਜਾਂਦਾ, ਫਿਰ ਬਾਰ ਬਾਰ ਜੰਮਦਾ ਹੈ, ਬਾਰ ਬਾਰ ਮਰਦਾ ਹੈ। ਅਤੇ ਕਿਵੇਂ? ਜਿਵੇਂ ਖੂਹ ਦੀਆਂ ਟਿੰਡਾਂ ਵਾਰ-ਵਾਰ ਹੇਠਾਂ ਜਾਂਦੀਆਂ ਨੇ, ਵਾਰ-ਵਾਰ ਉੱਤੇ ਆਉਂਦੀਆਂ ਨੇ, ਖਾਲੀ ਹੁੰਦੀਆਂ ਨੇ, ਭਰਦੀਆਂ ਨੇ। ਇਸੇ ਤਰ੍ਹਾਂ ਸਰੀਰ ਨੇ, ਖਾਲੀ ਹੋ ਜਾਂਦੇ ਨੇ, ਟੁੱਟ ਜਾਂਦੇ ਨੇ, ਫਿਰ ਜੰਮਦੇ ਨੇ, ਫਿਰ ਭਰਦੇ ਨੇ, ਫਿਰ ਖਾਲੀ ਹੁੰਦੇ ਨੇ। ਇਹਨਾਂ ਦੀ ਗਿਣਤੀ ਕੋਈ ਨਹੀਂ, ਪਰ ਚੱਲਦੇ ਰਹਿੰਦੇ ਨੇ। ਜਹ ਤਨ ਤਰੇ ਥਿਰੇ ਨਹ ਕਿ ਤੂੰ, ਬਿਨ ਤਨ ਰਹੇ ਨਹੀਂ ਕਿਸ ਕਾਲ। ਹੁਣ ਸਤਿਗੁਰੂ ਕਹਿੰਦੇ ਨੇ ਇਵੇਂ ਦੇ ਲੋਕ ਫਿਰ ਜਿੱਥੇ ਵੀ ਤਨ ਧਾਰਨ ਕਰੇਗਾ, ਫਿਰ ਤਨ ਨੇ ਤਾਂ ਉੱਥੇ ਟਿਕਣਾ ਕੋਈ ਨਹੀਂ। ਕਿੰਨਾ ਚਿਰ ਟਿਕੇਗਾ ਜੀ? 50 ਸਾਲ ਟਿਕੇਗਾ, 70 ਸਾਲ ਟਿਕੇਗਾ, 100 ਸਾਲ ਟਿਕ ਜਾਏਗਾ, ਪਰ ਉਹਨੇ ਫਿਰ ਖਾਲੀ ਹੋਣਾ ਹੈ। ਜਾਂ ਤੇ ਬੜ ਸੰਕਟ ਕੋ ਤਿਆਗਣ, ਕਰੇ ਭਲੇ ਨਰ ਯਤਨ ਵਿਸਾਲ। ਇਹ ਬੜਾ ਵੱਡਾ ਸੰਕਟ ਹੈ ਜੀ। ਬਾਰ ਬਾਰ ਜੰਮਣਾ ਵੀ ਓਡਾ ਵੱਡਾ ਸੰਕਟ ਹੈ ਜਿੰਨਾ ਵੱਡਾ ਸੰਕਟ ਮਰਨਾ ਹੈ। ਇਸ ਕਰਕੇ ਜਿਹੜੇ ਗਿਆਨਵੰਦ ਨੇ ਇਸ ਸੰਕਟ ਨੂੰ ਉਹ ਛੱਡ ਹੀ ਦਿੰਦੇ ਨੇ। ਜਾਂ ਤੇ ਵੱਡ ਸੰਕਟ ਕੋ ਤਿਆਗਣ, ਤੇ ਕੌਣ ਤਿਆਗਦੇ ਨੇ? ਕਹਿੰਦੇ ਕਰੇ ਭਲੇ ਨਰ ਯਤਨ ਵਿਸਾਲ। ਭਲੇ ਨਰ ਇਹ ਯਤਨ ਕਰਦੇ ਨੇ ਕਿ ਬਾਰ ਬਾਰ ਇਹ ਤਨ ਤਿਆਗਣਾ ਨਾ ਪਵੇ, ਬਾਰ ਬਾਰ ਇਹ ਲੈਣਾ ਨਾ ਪਵੇ, ਇਸ ਜਨਮ ਮਰਨ ਦੇ ਚੱਕਰਾਂ ਵਿੱਚੋਂ ਨਿਕਲੀ ਜਾਈਏ। ਤੇ ਇਹਦਾ ਤਰੀਕਾ ਕੀ ਹੈ? ਫਿਰ ਗੁਰੂ ਸਾਹਿਬ ਜੀ ਦੱਸਦੇ ਨੇ, ਇੱਕ ਸਿਮਰਨ ਸਤਨਾਮ ਕਰੇ ਬਿਨ, ਫਸਿਓ ਰਹੇ ਇਹ ਨਿਤ ਜਮ ਕਾਲ। ਇੱਕ ਸਤਨਾਮ ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ ਇਹ ਜੀਵ ਜਮਾਂ ਦੇ ਵਸ ਪਿਆ ਹੀ ਰਹਿੰਦਾ, ਕਾਲ ਦੇ ਵਸ ਵਿੱਚ ਪਿਆ ਹੀ ਰਹਿੰਦਾ। ਬਿਨ ਸਤਿਗੁਰ ਤੇ ਨਾਮ ਨਾ ਪ੍ਰਾਪਤ, ਗੁਰ ਸੇਵੇ ਤਬ ਹੋਏ ਨਿਹਾਲ। ਫਿਰ ਸਤਿਗੁਰੂ ਕਹਿੰਦੇ ਨੇ ਪਹਿਲੀ ਗੱਲ ਇਹ ਕਿ ਨਾਮ ਜਿਹੜਾ ਹੈ ਉਹ ਗੁਰੂ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦਾ, ਅਤੇ ਗੁਰੂ ਦੇ ਸੇਵਾ ਤੋਂ ਬਿਨਾਂ ਫਿਰ ਨਿਹਾਲ ਨਹੀਂ ਹੁੰਦਾ, ਜੀਵਨ ਸਫਲ ਨਹੀਂ ਹੁੰਦਾ। ਦੋਹਰਾ ਸੁਣਤ ਜੋਦ ਕਹਿ ਜੋਰ ਕਰ, ਲਖੋ ਆਪਣੇ ਦਾਸ। ਇਹ ਸੁਣ ਕੇ ਰਾਏ ਜੋਧ ਉਹਦੇ ਪਤਨੀ ਦੋਵਾਂ ਨੇ ਹੱਥ ਜੋੜੇ, ਅਤੇ ਹੱਥ ਜੋੜ ਕੇ ਬੇਨਤੀ ਕਰਦੇ ਹੋਏ ਕਹਿੰਦੇ ਨੇ ਸਤਿਗੁਰੂ ਜੀ ਆਪਣਾ ਦਾਸ ਸਮਝੋ, ਆਪਣੇ ਸੇਵਕ ਸਮਝੋ। ਰੱਖੋ ਲਾਜ ਨਿਜ ਨਾਮ ਕੇ, ਕੀਜੈ ਸਮਤ ਪ੍ਰਕਾਸ਼। ਇਹ ਨਾਮ ਵੀ ਅੰਦਰ ਦ੍ਰਿੜ ਤੁਹਾਡੀ ਕਿਰਪਾ ਨਾਲ ਹੀ ਰਹਿ ਸਕਦਾ ਹੈ। ਆਪਣੇ ਨਾਮ ਦੀ ਲਾਜ ਤੁਸੀਂ ਆਪ ਹੀ ਰੱਖਿਓ, ਅੰਦਰ ਇਹ ਗਿਆਨ ਇੰਨੇ ਸਮਝ ਦਿਓ, ਇਸ ਨਾਮ ਨੂੰ ਅੰਦਰ ਟਿਕਾ ਕੇ ਰੱਖਿਓ। ਪ੍ਰਾਤ ਹੋਤ ਤਿਆਰੀ ਕਰੋ, ਰੁਚੇ ਨ ਤਜਬੋ ਸਾਥ। ਹੁਣ ਰਾਏ ਜੋਧ ਹੱਥ ਜੋੜ ਕੇ ਕਹਿੰਦਾ ਸਤਿਗੁਰੂ ਜੀ ਮੈਂ ਇਹ ਵੀ ਸੁਣਿਆ ਕਿ ਕੱਲ੍ਹ ਸਵੇਰ ਹੁੰਦਿਆਂ ਤੁਸੀਂ ਇਹ ਥਾਂ ਛੱਡ ਜਾਣੀ ਹੈ, ਅੱਗੇ ਕੂਚ ਕਰ ਜਾਣਾ ਹੈ, ਪਰ ਤੁਹਾਡਾ ਸਾਥ ਛੱਡਣ ਦੀ ਮੇਰੀ ਬਿਲਕੁਲ ਰੁਚੀ ਨਹੀਂ, ਬਿਲਕੁਲ ਇੱਛਾ ਨਹੀਂ। ਮੈਂ ਨਹੀਂ ਚਾਹੁੰਦਾ ਤੁਹਾਡਾ ਸਾਥ ਛੱਡਣਾ। ਦਰਸ਼ਨ ਤੇ ਆਨੰਦ ਹੋਏ ਲਿਹੋ ਸੰਗ ਮੁਝਨਾਥ। ਤੁਹਾਡੇ ਦਰਸ਼ਨਾਂ ਦੇ ਵਿੱਚ ਤੇ ਆਨੰਦ ਹੀ ਬੜਾ। ਕਿਰਪਾ ਕਰੋ, ਜਿੱਥੇ ਜਾਣਾ ਮਰਜ਼ੀ ਜਾਓ, ਪਰ ਕਿਰਪਾ ਕਰੋ ਮੈਨੂੰ ਨਾਲ ਹੀ ਲੈ ਕੇ ਜਾਇਓ, ਤੁਹਾਡੇ ਨਾਲ ਮੈਂ ਵੀ ਜਾਵਾਂ। ਪੁੰਨ ਪ੍ਰਸੰਨ ਹੈ ਸਤਿਗੁਰੂ, ਕਿਰਪਾ ਰਸੀਲੇ ਨੈਣ। ਰਾਏ ਜੋਧ ਦਾ ਪਿਆਰ ਵੇਖ ਕੇ ਗੁਰੂ ਸਾਹਿਬ ਜੀ ਫਿਰ ਮੁਸਕਰਾਏ, ਪ੍ਰਸੰਨ ਹੋਏ, ਅਤੇ ਕਿਰਪਾ ਦੇ ਰਸ ਨਾਲ ਭਰੇ ਹੋਏ ਨੈਣਾਂ ਵਾਲੇ ਨੈਣਾਂ ਦੇ ਨਾਲ ਇਸ ਰਾਏ ਜੋਧ ਵੱਲ ਵੇਖ ਕੇ ਬਚਨ ਕਰਦੇ ਨੇ। ਪਿਖ ਦੰਪਤ ਕੇ ਭਾਵ ਕੋ ਕਹਿਤ, ਸੋ ਮੁਖ ਤੇ ਬੈਣ। ਦੋਵੇਂ ਪਤੀ ਪਤਨੀਆਂ ਦੇ ਇਸ ਪਿਆਰ ਨੂੰ ਵੇਖ ਕੇ ਗੁਰੂ ਸਾਹਿਬ ਜੀ ਨੇ ਫਿਰ ਪਿਆਰ ਵਾਲੇ ਬਚਨ ਕਹੇ। ਅਬ ਤੁਮ ਕਾਂਗੜਪੁਰ ਬਸੋ, ਹਿਰਦੈ ਧਾਰ ਗੁਰ ਗਿਆਨ। ਸਤਿਗੁਰੂ ਜੀ ਕਹਿੰਦੇ ਨੇ ਰਾਏ ਜੀ ਹੁਣ ਤੁਸੀਂ ਕਾਂਗੜਪੁਰ ਦੇ ਵਿੱਚ ਹੀ ਰਹੋ, ਪਰ ਇਹ ਜਿਹੜਾ ਗਿਆਨ ਗੁਰੂ ਦਾ ਮਿਲਿਆ, ਇਸ ਗਿਆਨ ਨੂੰ ਹਿਰਦੇ ਵਿੱਚ ਧਾਰਨ ਕਰਕੇ ਰੱਖਿਓ। ਸਤਨਾਮ ਸਿਮਰਨ ਕਰੋ, ਦੋਇ ਲੋਕਣ ਕਲਿਆਣ।
बस प्रेम दे नाल अंदरों जुड़ के सतनाम वाहिगुरू जी का जाप करते रहो, सिमरन करते रहो। दोवां लोकां दे विच तुहाडा भला होएगा। पुन हम पठे हकार जब कै दिन केतक बिताए। सतगुरु कहते हैं फिर समा आएगा, असीं तुहानूं सुनिया भेज के अपने कोल बुलावांगे, फिर कुछ दिन फिर आनंद माणांगे। इसी तरह मिलो आण आनंद सो होए डेरा जिस थाए। जदों असीं सुनिया भेजांगे सद्दांगे, फिर आनंद नाल मिलो, जिथे भी डेरा होएगा उत्थे आ जाइओ। बहुर जोत के भार जा बोले बिना समेत। राय जोत के घर वाली ने फिर हथ जोड़े ते बेनती करके कहती है, रावर पे इस देश में है आवो कबे नकेत। क्योंकि सतगुरु जी ने यह हुक्म तो कह दिते असीं तुहानूं सद्दांगे आ जिओ। राणे कहते सतगुरु जी फिर किरपा करो, इस देश विच दुबारे फिर आयो। कांगड़पुर दे विच इस घर दे विच फिर चरण पायो। पुन सिरे हर गोबिंद कहियो रूप अपर को धार। सतगुरु धन गुरु हरगोबिंद साहिब जी ने झूठा नारा नहीं लाया। कहते धीए आवांगे जरूर, पर इस शरीर में दोबारे नहीं आया जाना, होर रूप धारांगे। और फिर गुरु साहिब जी गए, उत्थे दोवें गुरु घर बने हुए ने, 6वें पातशाह जी ते 10वें पातशाह जी का। इतिहास आप जी जानते हो कि जो माछीवाड़े तो निकल के जिथे जफरनामा लिखिया सी, वो राय कला ही सी। राय कला इसे राय जोत के अंश विचों सी। सतगुरु जी कई दिन उत्थे जाके रुके सन। सतगुरु जी ने बचन किए आवांगे जरूर, पर होर रूप धार के आवांगे, तो उदों तुस भी नहीं होना। कहते तू संतत के सदन में है बसो आण तिस बार। पर तुहाडी संतान होएगी जिन्हां दे अंदर इस तरह की प्यार वाली सिक्खी होएगी। असीं तुहाडी संतान दे कोल तुहाडे घर आके रहांगे। बंस प्रवित है अधिक सुख तुम आए मम काज। सतगुरु कहंदे जो दी तुसीं साडे काम आए हो, तुहाडा अंश बंस फलदा फुलदा रहेगा। उरे मन्निया जाता है कि राय जोत की औलाद उन्हां दा अंश अज भी इंग्लैंड विच है, उन्हां दी अंश अज भी चलती है। हलत पलत रखियक हो भुगतो हो राज समाज। सतगुरु कहंदे ने हलत पलत विच असीं रखियक होवांगे, ते इत्थे तुहाडी संतान राज भाग मानदी रहेगी। इम बर दिओ विसाल को दो लोकन सुख केर। इस तरह गुरु साहब जी ने बचन किए, दोवां लोकां दा सुख बख्शिया है। दंपत पाए प्रमोद को सिर धर पद अर फेर। दोवें पति पत्नी ने सतगुरु के चरणों 'च फिर सिर रखिया, फिर मत्था टेकिया। आसिख दे सतगुरु उठे सिवर बराजे जाए। इत्थे सतगुरु जी असीस दे के फिर उठ पे। जिथे डेरा लग्या सी सतगुरु जी का तंबू से, उत्थे जाके विराजमान हुए ने। सुपत जता सुख जामने भरात पए पुने आए। सौ के सुख दे नाल रात बतीत की। पैर रात रहिंदे गुरु साहब जी फिर जागे ने, फिर दिन का चढ़ा चढ़िया। सोच इशनान सो ध्यान कर बस्त्र शस्त्र को पाए। पैर रात रहिंदे उठ के सोच इशनान किया, दिन का चढ़ा चढ़िया। सतगुरु जी शस्त्र बस्त्र पा के तैयार हुए ने। त्यार अरोड़न को भए श्री सतगुरु सुखदाए। हुण सतगुरु जी ने तैयारी का नगारा वजा दिता। गुरु साहब जी तैयार हुए ने, अगे कूच करनगे। अगे गुरु साहब जी ने किहड़े पासे किरपा करनी, कवि राज ने इत्थे अध्याय भी खत्म किया है। समय दे भी इत्थे समाप्ति है हुई फुलों की खिमा। आओ एक दो बारी रचना करिए पवित्र जी, फिर समाप्ति है। वाहेगुरु 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 वाहेगुरु। वाहेगुरु
ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ।